श्री नानक पद पंकज बंदन पंकज बंदन सिमरो अंगद दुख निकंदन। अमरदास गुर हृदय त्यावो गुर हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ समत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विशाला। तरों तरा पर पुन पुन शीशा पुन पुन शीशा। बंदों बार बार जगतीशा। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम वाहिगुरु साहिब जी। दोहरा कह बाला लालू सुनो तू कालू को प्रात। जनन जनक नानक नहन तुम ते अबह अगात। कह बाला लालू सुनो तू लालू को प्रात। वाहिगुरु जी का खालसा वाहिगुरु जी की फतेह। सन्मानयोग साध संगत जी, सतगुਰਾਂ ਦੀ ਅਪਾਰ ਬਖਸ਼ਿਸ਼ ਮੇਂ ਰਹਿਮਤ ਸਦਕਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਸਦਕਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਅਮਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਸੰਗ ਅੰਦਰ ਆਪਾਂ ਸਰਵਣ ਕੀਤਾ ਸੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੋਲੋਂ ਆਗਿਆ ਪਾ ਕਰਕੇ ਭਾਈ ਬਾਲਾ ਜੀ ਭਾਈ ਲਾਲਾ ਪੰਨੂ ਜੀ ਰਾਏ ਭੋਏ ਦੀ ਤਲਵੰਡੀ ਜਨਮ ਪੱਤਰੀ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਦੀ ਜਾਂਦੇ ਨੇ ਔਰ ਭਾਈ ਲਾਲੂ ਜੀ ਨੂੰ ਜਾ ਕੇ ਮਿਲਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਨੂੰ, ਪਿਤਾ ਕਲਿਆਣ ਦਾਸ ਜੀ ਦੇ ਛੋਟੇ ਭਰਾਤਾ ਨੂੰ। ਉਹਨਾਂ ਨੂੰ ਸਾਰੀ ਵਿਥਿਆ ਦੱਸਦੇ ਨੇ, ਆਪਣੇ ਆਉਣ ਦਾ ਮਨੋਰਥ ਦੱਸਦੇ ਨੇ। ਲਾਲੂ ਜੀ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੇ ਖੋਜ ਸਕਦੇ ਹੋ, ਲੱਭ ਸਕਦੇ ਹੋ,
ਲੇਖੇ ਜੋਖੇ ਦੇ ਕਾਗਜ਼ ਪਏ ਨੇ। ਤਾਂ ਆਪਣੇ ਦਿਲ ਦਾ ਸ਼ੰਕਾ ਦੂਰ ਕਰਨ ਵਾਸਤੇ ਲਾਲੂ ਜੀ ਭਾਈ ਬਾਲਾ ਜੀ ਨੂੰ ਪੁੱਛਦੇ ਨੇ ਕਿ ਸੱਚੋ ਸੱਚ ਦੱਸੋ ਕਿ ਗੁਰੂ ਕੌਣ ਹੈ। ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਗੁਰੂ ਥਾਪਿਆ ਜਾਂ ਸੇਵਕ ਨੂੰ। ਤਾਂ ਭਾਈ ਬਾਲਾ ਜੀ ਦੱਸਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪਣੇ ਜਿਉਂਦੇ ਜੀ ਸਰੀਰਕ ਤੌਰ 'ਤੇ ਸਨ। ਆਪਣੇ ਸੇਵਕ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਮਾਲਕ ਬਣਾ ਗਏ ਸਨ। 5 ਪੈਸੇ ਨਲੇਰ ਰੱਖ ਕੇ ਥਾਪਿਆ ਹੈ। ਥਾਪਿਆ ਲੈਣਾ ਜੀਵਨ ਦੇ ਗੁਰਬਖ ਅਨੁਸਾਰ। ਤਾਂ ਭਾਈ ਬਾਲਾ ਜੀ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਸੰਤਾਨ ਹੋਣ ਕਰਕੇ ਪੂਜੇ ਜਾਣਗੇ। ਤਾਂ ਭਾਈ ਲਾਲੂ ਜੀ ਨੂੰ ਯਕੀਨ ਹੋ ਜਾਂਦਾ ਹੈ। ਫਿਰ ਕਹਿੰਦੇ ਭਾਈ ਤੁਸੀਂ ਜਨਮ ਪੱਤਰੀ ਲੱਭ ਸਕਦੇ ਹੋ, ਬੜੇ ਲੇਖੇ ਜੋਖੇ ਦੇ ਕਾਗਜ਼ ਪਏ ਨੇ, ਤੁਸੀਂ ਲੱਭ ਸਕਦੇ ਹੋ। ਜਾਣਿਆ ਨਹੀਂ ਜਾ ਸਕਦਾ ਇਹਦੇ ਵਿੱਚ ਕਾਗਜ਼ਾਂ ਵਿੱਚ ਪੱਤਰੀ ਪਈ ਹੈ ਕਿ ਨਹੀਂ ਪਈ। ਤੇ ਇੱਥੋਂ ਅੱਗੇ ਪ੍ਰਸੰਗ ਆਰੰਭ ਹੁੰਦਾ ਹੈ। ਇੱਥੋਂ ਤੱਕ ਕੱਲ ਤੁਸੀਂ ਕਾਰਜ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪ੍ਰਸੰਗ ਸਰਵਣ ਕੀਤਾ ਸੀ। ਅੱਗੇ ਸਰਵਣ ਕਰਨ ਵਾਸਤੇ ਮਨੋਬਿਰਤੀਆਂ ਇਕਾਗਰ ਕਰੋ। ਬੜੇ ਪਿਆਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਬਾਲਾ ਲਾਲੂ ਸੁਨ ਹੋ ਤੂੰ ਕਾਲੂ ਕੋ ਭਰਾਤ। ਭਾਈ ਬਾਲੇ ਨੇ ਕਿਹਾ ਸ਼੍ਰੀਮਾਨ ਲਾਲੂ ਜੀ ਤੁਸੀਂ ਮਹਿਤਾ ਕਾਲੂ ਦੇ ਭਰਾਤਾ ਹੋ। ਹਾਂਜੀ। ਜਨਨ ਜਨਕ ਨਾਨਕ ਨਹਨ ਤੁਮ ਤੇ ਅਬਹਿ ਗਾਤ। ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਹੁਣ ਜਨਕ ਦੇ ਅਰਥ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਉਹਨਾਂ ਦੇ ਜਨਮ ਦੇਣ ਵਾਲੇ ਮਾਤਾ ਪਿਤਾ ਹੁਣ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ। ਇਸ ਲਈ ਹੁਣ ਤਾਂ ਤੁਹਾਡੇ ਪਾਸੋਂ ਹੀ ਉਹ ਜਨਮ ਪੱਤਰੀ ਮਿਲੇਗੀ। ਜੋ ਪਈ ਤੁਮ ਬਿਨ ਕੌਣ ਕਰੇ ਹਮ ਕਾਮਾ। ਭਾਈ ਬਾਲਾ ਜੀ ਬੜੇ ਪਿਆਰ ਨਾਲ ਕਹਿਣ ਲੱਗੇ ਤੁਹਾਡੇ ਤੋਂ ਬਿਨਾਂ ਪੱਤਰੀ ਕਿਵੇਂ ਪ੍ਰਾਪਤ ਹੋ ਸਕਦੀ ਹੈ, ਕੌਣ ਕੰਮ ਸਾਡਾ ਕਰੇਗਾ। ਹਾਂਜੀ। ਭਾਵ ਪੱਤਰੀ ਉਠ ਖੋਜੋ ਧਾਮਾ। ਇਸ ਲਈ ਉੱਠ ਕੇ ਜਨਮ ਪੱਤਰੀ ਦੀ ਭਾਲ ਕਰੋ। ਬਾਲੇ ਕੀ ਸੁਣ ਗਿਰਾ ਰਸਾਲੂ। ਬੜੇ ਪਿਆਰ ਵਾਲੇ ਸ਼ਬਦ ਸੁਣ ਕੇ ਭਾਈ ਬਾਲੇ ਜੀ ਦੇ ਕੋਲੋਂ ਅਗਰ ਗ੍ਰਹਿ ਖੋਜਤ ਭਾ ਲਾਲੂ। ਭਾਈ ਲਾਲੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਕਾਗਜ਼ ਲੱਭਣ ਲੱਗ ਪਏ। ਕਾਗਜ਼ਾਂ ਦੇ ਵਿੱਚੋਂ ਜਨਮ ਪੱਤਰੀ ਢੂੰਡਣ ਲੱਗ ਪਏ। ਖੋਜਤ ਪੱਤਰੀ ਜਬ ਹੀ। ਕਈ ਦਿਨ ਜਨਮ ਪੱਤਰੀ ਨੂੰ ਖੋਜਦੇ ਰਹੇ, ਕਈ ਦਿਨ ਲੱਗ ਗਏ। ਹਾਂਜੀ। ਦਿਵਸ ਪੰਜਵੇਂ ਪਾਈ ਤਬ ਹੀ। 5ਵੇਂ ਦਿਨ ਜਾ ਕੇ ਪੱਤਰੀ ਲੱਭ ਗਈ, ਜਨਮ ਪੱਤਰੀ ਲੱਭ ਗਈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਦੀਨੀ ਲਾਲੂ ਨੇ ਕਰ ਬਾਲਾ। ਭਾਈ ਲਾਲੂ ਨੇ ਲੱਭ ਕੇ ਭਾਈ ਬਾਲੇ ਨੂੰ ਫੜਾਈ ਜਨਮ ਪੱਤਰੀ। ਤਾਏ ਦਈ ਕਰ ਪੰਨੂ ਲਾਲਾ। ਭਾਈ ਬਾਲੇ ਨੇ ਲਾਲੇ ਪੰਨੂ ਦੇ ਹੱਥਾਂ ਵਿੱਚ ਜਨਮ ਪੱਤਰੀ ਫੜਾ ਦਿੱਤੀ। ਜੋ ਪਈ ਲੈ ਪੰਨੂ ਪੁਨ ਬਚਨ ਉਚਾਰੇ। ਭਾਈ ਲਾਲਾ ਪੰਨੂ ਜੀ ਨੇ ਜਨਮ ਪੱਤਰੀ ਲੈ ਕੇ ਫਿਰ ਬਚਨ ਕਹੇ ਸੰਭਾਲ ਕੇ। ਬਾਲੇ ਚਲੀਏ ਸੰਗ ਹਮਾਰੇ। ਭਾਈ ਬਾਲਾ ਜੀ ਤੁਸੀਂ ਵੀ ਮੇਰੇ ਨਾਲ ਚੱਲੋ ਗੁਰੂ ਅੰਗਦ ਸਾਹਿਬ ਜੀ ਦੀ ਖੁਸ਼ੀ ਲੈਣ ਵਾਸਤੇ। ਖਡੂਰ ਸਾਹਿਬ ਤੁਸੀਂ ਵੀ ਮੇਰੇ ਨਾਲ ਚੱਲੋ। ਹੀਰੇ ਗੁਰ ਉਰ ਹਰਖ ਪਾਰਾ। ਵਿਸ਼ਾਲ ਹਿਰਦੇ ਵਾਲੇ ਪਰਉਪਕਾਰੀ ਗੁਰੂ ਜੀ ਪਰਮ ਪ੍ਰਸਿੱਧੇ ਪਰਉਪਕਾਰਾ। ਜਦੋਂ ਜਨਮ ਪੱਤਰੀ ਨੂੰ ਵੇਖਣਗੇ ਤੇ ਬੜੇ ਖੁਸ਼ ਹੋਣਗੇ। ਉਹ ਖੁਸ਼ੀ ਦਾ ਪਾਤਰਤਾ, ਉਸ ਖੁਸ਼ੀ ਦੀ, ਉਸ ਬਖਸ਼ਿਸ਼ ਦੀ, ਰਹਿਮਤ ਦੀ ਦਾਤ ਤੁਹਾਡੀ ਝੋਲੀ ਵਿੱਚ ਵੀ ਪਵੇਗੀ। ਸੁਨ ਸਰੋਨਨ ਮਨ ਮਹਿ ਅਨੁਮਾਨੀ। ਪੰਨੂ ਦੀ ਗੱਲ ਸੁਣ ਕੇ ਭਾਈ ਬਾਲੇ ਨੇ ਮਨ ਵਿੱਚ ਅਨੁਮਾਨ ਲਾਇਆ। ਹਾਂਜੀ। ਬਾਨੀ ਭਨਤ ਸੁਖਨ ਮਨ ਮਸਾਨੀ। ਭਾਈ ਲਾਲੇ ਪੰਨੂ ਨੇ ਮੈਨੂੰ ਸੁਖ ਦੇਣ ਵਾਲੀ ਬਚਨ ਕਹੇ ਨੇ। ਸੁਖ ਦੇਣ ਵਾਲੀ ਬਾਨੀ ਤੋਂ ਭਾਵ ਬਾਨੀ ਭਨਤ ਸੁਖਨ ਮਮਸਾਨੀ। ਭਾਈ ਬਾਲੇ ਨੇ ਅਨੁਮਾਨ ਲਾਇਆ ਕਿ ਮੈਨੂੰ ਵੀ ਨਾਲ ਚੱਲਣਾ ਚਾਹੀਦਾ ਹੈ, ਮੈਨੂੰ ਤਾਂ ਸੁਖ ਦੇਣ ਵਾਲੇ ਬਚਨ ਕਹੇ ਨੇ। ਹਾਂਜੀ। ਗਵਨੇ ਜੁਗਲ ਸੰਗ ਮੰਗ ਮਾਹੀ। ਮੈਨੂੰ ਜ਼ਰੂਰ ਜਾਣਾ ਚਾਹੀਦਾ। ਫਿਰ ਦੋਵੇਂ ਜਾਣੇ ਬਾਲਾ ਤੇ ਪੰਨੂ। ਬਾਲਾ ਪੁਨ ਪੰਨੂ ਦਿਸ ਤਾਹੀ। ਲਾਲਾ ਤੇ ਭਾਈ ਬਾਲਾ ਤੇ ਪੰਨੂ ਰਾਹ ਪੈਣ ਲਈ ਤਿਆਰ ਹੋ ਗਏ। ਦੋਹਰਾ ਲਾਲੂ ਚਲਤਿਓ ਮਿਲ ਤਬੈ ਪੈਸੇ 5 ਨਰੇਰ। ਜਦੋਂ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਚੱਲਣ ਲੱਗੇ ਨੇ ਜਨਮ ਪੱਤਰੀ ਲੈ ਕੇ ਰਾਏ ਭੋਏ ਦੀ ਤਲਵੰਡੀ ਤੋਂ,
ਤੇ ਚੱਲਦੇ ਸਮੇਂ ਸ਼੍ਰੀਮਾਨ ਲਾਲੂ ਜੀ ਨੇ ਉਹਨਾਂ ਨੂੰ 5 ਪੈਸੇ ਤੇ ਨਾਰੀਅਲ ਗੁਰੂ ਜੀ ਨੂੰ ਭੇਟ ਕਰਨ ਵਾਸਤੇ ਦਿੱਤੇ। ਹਾਂਜੀ, ਆਪਣੀ ਦਿਸ ਤੇ ਭੇਟ ਦੇ, ਬੋਲਿਓ ਮੁਕਤੇ ਫਿਰ ਫੇਰ। ਮੁਖ ਤੋਂ ਬੋਲਿਆ, ਆਪਣੀ ਤਰਫੋਂ ਭੇਟਾ ਦੇ ਰਿਹਾ ਹਾਂ ਮੈਂ, ਇਹ ਆਪਣੀ ਤਰਫੋਂ ਗੁਰੂ ਅੰਗਦ ਸਾਹਿਬ ਜੀ ਨੂੰ ਭੇਟਾ ਦੇ ਰਿਹਾ। ਫਿਰ ਮੁਖ ਤੋਂ ਕੀ ਬਚਨ ਕਹੇ, ਚੌਪਈ ਹਮਰੀ ਦੇਸ਼ ਤੇ ਦਿਓ ਸੰਦੇਸ਼ਾ। ਆਖਿਆ ਸਾਡੇ ਵੱਲੋਂ ਇੱਕ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਰੂਪ ਵਿੱਚ ਸੰਦੇਸ਼ਾ ਦੇ ਦਿਓ। ਭਾਈ ਲਾਲੂ ਜੀ ਕਹਿ ਰਹੇ ਨੇ। ਹਾਂਜੀ, ਸ੍ਰੀ ਅੰਗਦ ਜਿਸ ਦੋਸ਼ ਨਾ ਲੇਸਾ। ਫਿਰ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੋਸ਼ ਰਹਿਤ ਹਨ। ਜਿਹੜੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੋਸ਼ ਰਹਿਤ ਹਨ, ਉਹਨਾਂ ਦੇ ਵਿੱਚ ਕੋਈ ਦੋਸ਼ ਨਹੀਂ ਅਤੇ ਨਿਰਲੇਪ ਹਨ। ਲੇਸ ਮਾਤਰ ਵੀ ਉਹਨਾਂ ਨੂੰ ਦੋਸ਼ ਨਹੀਂ ਹੈ। ਲੇਸ਼ਾ ਤੋਂ ਭਾਵ ਲੇਸ ਮਾਤਰ, ਥੋੜਾ ਜਿੰਨਾ ਵੀ ਉਹਨਾਂ ਦੇ ਅੰਦਰ ਦੋਸ਼ ਨਹੀਂ ਹੈ। ਉਹਨਾਂ ਨੂੰ ਮੇਰਾ ਸੰਦੇਸ਼ਾ ਦੇਣਾ। ਸ੍ਰੀ ਚੰਦ ਜੇ ਰਿਸ ਕੋ ਧਰੈ। ਕੀ ਸੰਦੇਸ਼ਾ ਦਿੱਤਾ ਲਾਲੂ ਜੀ ਨੇ ਕਿ ਮੇਰੇ ਵੱਲੋਂ ਬੇਨਤੀ ਕਰ ਦਿਓ ਗੁਰੂ ਅੰਗਦ ਸਾਹਿਬ ਜੀ ਨੂੰ ਕਿ ਜਦ ਕਦੇ ਸ਼੍ਰੀ ਚੰਦ ਜੀ ਗੁੱਸੇ ਵਿੱਚ ਆ ਕੇ ਕੁਝ ਕਹਿਣ, ਗੁੱਸੇ ਵਿੱਚ ਆ ਕੇ ਕੁਝ ਵਚਨ ਬੋਲਣ ਗੁਰੂ ਅੰਗਦ ਸਾਹਿਬ ਜੀ ਨੂੰ, ਸ਼ਿਮਾ ਧਰਤ ਜੋ ਤੈ ਪਰ ਕਰੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਖਿਆ ਜੇ ਗੁਰੂ ਅੰਗਦ ਸਾਹਿਬ ਜੀ ਨੂੰ ਸਾਡੇ ਵੱਲੋਂ ਬੇਨਤੀ ਕਰਿਓ ਕਿ ਜੇ ਗੁਰੂ ਸਾਹਿਬ ਜੀ ਦੇ ਵੱਡੇ ਸੁਪੁੱਤਰ, ਵੱਡੇ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਕਿਤੇ ਗੁੱਸੇ ਨਾਰਾਜ਼ ਹੋ ਜਾਣ ਤੇ ਉਹਨਾਂ ਦੇ ਉੱਪਰ ਧਰਤੀ ਵਰਗੀ ਕਿਰਪਾ ਕਰਨੀ। ਧਰਤੀ ਵਰਗੀ ਕਿਉਂ ਕਿਹਾ? ਕਿਉਂਕਿ ਧਰਤੀ ਨੂੰ ਕੋਈ ਖੋਜਦਾ ਹੈ, ਕੋਈ ਉਹਨੂੰ ਕੋਈ ਗੋੜਦਾ ਹੈ, ਕੋਈ ਉਹਨੂੰ ਫਰਕ ਨਹੀਂ ਪੈਂਦਾ ਧਰਤੀ ਨੂੰ। ਤਾਂ ਧਰਤੀ ਨੂੰ ਕੋਈ ਲੇਪਾ ਪੋਚੀ ਕਰਦਾ ਹੈ, ਕੋਈ ਚੰਦਨ ਦਾ ਲੇਪ ਕਰਦਾ ਹੈ, ਤਾਂ ਵੀ ਉਹਦੇ ਉੱਪਰ ਕੋਈ ਅਸਰ ਨਹੀਂ। ਧਰਤੀ ਖੁਸ਼ ਨਹੀਂ ਹੁੰਦੀ। ਕੋਈ ਉਹਨੂੰ ਪੁੱਟੇ, ਉਹਨੂੰ ਦੁੱਖ ਦੇਵੇ ਧਰਤੀ ਨੂੰ, ਧਰਤੀ ਗੁੱਸੇ ਨਹੀਂ ਹੁੰਦੀ। ਇਸੇ ਤਰ੍ਹਾਂ ਸ਼ਿਮਾ ਧਰਤ ਜਿਉ ਤਿਹ ਪਰ ਕਰੈ। ਧਰਤੀ ਵਰਗੀ ਕਿਰਪਾ ਕਰਨੀ, ਧਰਤੀ ਵਰਗੀ ਖਿਮਾ ਕਰਨੀ। ਖੋਦ ਖਾਦ ਧਰਤੀ ਸਹੇ, ਕਾਟ ਕੂਟ ਬਨ ਰਾਏ। ਬਚਨ ਕੋ ਭਜਨ ਸਾਧੂ ਸਹੇ, ਔਰ ਤੇ ਸਹਿਆ ਨਾ ਜਾਏ। ਤਾਂ ਧਰਤੀ ਵਰਗੀ ਕਿਰਪਾ ਕਰਨੀ। ਭਾਈ ਲਾਲੂ ਜੀ ਕਹਿ ਰਹੇ ਨੇ ਕਿ ਗੁਰੂ ਅੰਗਦ ਸਾਹਿਬ ਜੀ ਨੂੰ ਬੇਨਤੀ ਕਰ ਦਿਓ ਕਿ ਬਖਸ਼ ਲਿਓ। ਹਾਂਜੀ, ਹਾਲੇ ਬਹਿਰੋ ਬਚਨੋ ਚਾਰਾ। ਭਾਈ ਬਾਲਾ ਜੀ ਨੇ ਬਾਅਦ ਵਿੱਚ ਬਚਨ ਕੀਤਾ ਕਿ ਸ੍ਰੀ ਅੰਗਦ ਨਾਨਕ ਅਵਤਾਰਾ। ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਦਾ ਹੀ ਅਵਤਾਰ ਹਨ। ਹਾਂਜੀ, ਪੰਜ ਦੋਖ ਨੇ ਤਿਨ ਮੈਂ ਪਾਵਹਿ। ਉਹਨਾਂ ਦੇ ਅੰਦਰ 5 ਦੋਖ ਨਹੀਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਨਹੀਂ ਹੈ। ਲਿਕਟ ਤਰਨ ਜਿਉ ਤਿਮਰ ਨਾ ਆਵਹਿ। ਜਿਵੇਂ ਸੂਰਜ ਦੇ ਲਾਗੇ ਹਨੇਰਾ ਨਹੀਂ ਆਉਂਦਾ। ਕਮਾਲ ਦਾ ਅਲੰਕਾਰ ਭਾਈ ਸੰਤੋਖ ਸਿੰਘ ਜੀ ਦਿੰਦੇ ਨੇ। ਜਿਵੇਂ ਸੂਰਜ ਦੇ ਲਾਗੇ ਹਨੇਰਾ ਨਹੀਂ, ਹਾਂਜੀ, ਸਮਦਮ ਸੋ ਤਨ ਗਿਆਨ ਸੁਹਾਵਹਿ। ਜਿਵੇਂ ਉਹਨਾਂ ਦੇ 5 ਦੋਖ ਨਹਿ ਤਿਨ ਮਹਿ ਪਾਵੈ। ਨਿਕਟ ਤਰਨ ਜਿਉ ਤਿਮਰ ਨਾ ਆਵੈ। ਗੁਰੂ ਅੰਗਦ ਸਾਹਿਬ ਜੀ ਦੇ ਲਾਗੇ ਐਵੇਂ ਕਾਮ, ਕ੍ਰੋਧ, ਹੰਕਾਰ, ਲੋਭ, ਮੋਹ, ਅਹੰਕਾਰ ਦੂਰ ਹਨ, ਨਹੀਂ ਆ ਸਕਦੇ ਲਾਗੇ। ਜਿਵੇਂ ਸੂਰਜ ਦੇ ਲਾਗੇ ਹਨੇਰਾ ਨਹੀਂ ਆਉਂਦਾ, ਇਸ ਤਰ੍ਹਾਂ ਉਹਨਾਂ ਲਾਗੇ ਕ੍ਰੋਧ ਕਦੀ ਆਇਆ ਹੀ ਨਹੀਂ। ਫਿਰ ਪੜੋ ਸਮਦਮ ਸੋ ਤਨ ਗਿਆਨ ਸੁਹਾਵਹਿ। ਸਮਦਮ ਸੋ ਤਨ ਗਿਆਨ ਸੁਹਾਵਹਿ। ਉਹਨਾਂ ਨੇ ਮਨ ਤੇ ਕਾਬੂ ਪਾਇਆ ਹੋਇਆ ਹੈ ਅਤੇ ਇੰਦਰੀ ਉਹਨਾਂ ਦੇ ਵਸ ਵਿੱਚ ਹਨ। ਆਤਮ ਭਗਤ ਜਗਤ ਬਿਦਤਾਵਹਿ। ਉਹਨਾਂ ਦੇ ਸਰੀਰ ਤੇ ਗਿਆਨ ਸੁਭਾਇਮਾਨ ਹੈ ਤੇ ਭਗਤੀ ਰੂਪ ਧੁੱਪ ਜਗਤ ਤੇ ਪ੍ਰਗਟਾ ਰਹੇ ਨੇ। ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ। ਪਤਰੀ ਲੈ ਚਲੇ ਤਤਕਾਲਾ। ਜਨਮ ਪੱਤਰੀ ਲੈ ਕੇ ਉਹ ਛੇਤੀ ਚੱਲ ਪਏ ਤੇ ਖਡੂਰ ਸਾਹਿਬ ਪਹੁੰਚ ਗਏ। ਜਹ ਖਡੂਰ ਮਹਿ ਗੁਰੂ ਕਿਰਪਾਲਾ। ਪਤਰੀ ਲੈ ਚਲੇ ਤਤਕਾਲਾ, ਜਹ ਖਡੂਰ ਮਹਿ ਗੁਰੂ ਕਿਰਪਾਲਾ। ਜਿੱਥੇ ਕਿਰਪਾਲੂ ਗੁਰੂ ਅੰਗਦ ਸਾਹਿਬ ਜੀ ਸ਼ੋਭਾ ਪਾ ਰਹੇ ਸਨ, ਉੱਥੇ ਪਹੁੰਚ ਗਏ ਜਨਮ ਪੱਤਰੀ ਲੈ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ। ਤੋਬਰਾ ਵੈਸੀ ਅੰਗਦ ਰਾਜ ਹੀ, ਬੰਦੇ ਪਦ ਅਰਬਿੰਦ। ਗੁਰੂ ਅੰਗਦ ਦੇਵ ਜੀ ਆਪਣੇ ਆਸਨ ਤੇ ਵਿਰਾਜਮਾਨ ਸਨ। ਦੋਨਾਂ ਨੇ ਭਾਈ ਬਾਲੇ
ਭਾਈ ਲਾਲਾ ਪੰਨੂ ਜੀ ਨੇ ਮੱਥਾ ਟੇਕਿਆ ਚਰਨਾਂ ਤੇ, ਚਰਨ ਕਮਲਾਂ ਦੇ ਉੱਪਰ ਮੱਥਾ ਟੇਕਿਆ। ਵਿਦੇ ਪ੍ਰਸੀਦੇ ਸਤਿਗੁਰੂ ਕਹਿ ਰਹਿ ਚਿਤ ਗੋਬਿੰਦ। ਸਤਿਗੁਰੂ ਨੇ ਉਹਨਾਂ ਨੂੰ ਅਸੀਸ ਦਿੱਤੀ, ਤੁਹਾਨੂੰ ਸਦਾ ਵਾਹਿਗੁਰੂ ਚਿੱਤ ਆਵੇ। ਸੁਣ ਕੇ ਬੜੇ ਖੁਸ਼ ਹੋਏ। ਗੁਰੂ ਸਾਹਿਬ ਜੀ ਦੀ ਰਸਨਾ ਤੋਂ ਅਸੀਸ ਜਦੋਂ ਨਿਕਲਦੀ ਹੈ ਤਾਂ ਕਿੰਨੀ ਪ੍ਰਸੰਨਤਾ ਧਾਰਨ ਕੀਤੀ ਹੋਵੇਗੀ। ਜੋ ਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ। ਗੁਰੂ ਜੀ ਨੇ ਬਾਲੇ ਪ੍ਰਤੀ ਬੜੀ ਖੁਸ਼ੀ ਪ੍ਰਗਟ ਕੀਤੀ। ਪੁਨ ਪੱਤਰੀ ਆਪਣੇ ਕਰ ਲੀਨੀ। ਫਿਰ ਜਨਮ ਪੱਤਰੀ ਲੈ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਹੱਥਾਂ ਵਿੱਚ ਫੜ ਲਈ, ਕਰ ਕਮਲਾਂ ਦੇ ਵਿੱਚ। ਸਾਦਰ ਸੋ ਨਿਜ ਸੀਸ ਚੜਾਏ। ਆ ਹੈ ਸਤਕਾਰ ਗੁਰੂ ਦਾ ਜੀ ਦੇ, ਜਿਸ ਕਾਗਜ਼ ਦੇ ਉੱਪਰ ਗੁਰੂ ਸਾਹਿਬ ਜੀ ਦਾ ਨਾਮ ਵੀ ਲਿਖਿਆ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ, ਤੇ ਫਿਰ ਜਨਮ ਪੱਤਰੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸਤਕਾਰ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਉਹ ਜਨਮ ਪੱਤਰੀ ਮਹਾਰਾਜ ਜੀ ਦੀ ਆਪਣੇ ਸੀਸ ਤੇ ਰੱਖ ਲਈ। ਭਾਉ ਭਗਤ ਕਰ ਉਰ ਮਹਿ ਲਾਈ। ਫਿਰ ਬੜੇ ਪ੍ਰੇਮ ਨਾਲ ਉਸ ਜਨਮ ਪੱਤਰੀ ਨੂੰ ਆਪਣੀ ਛਾਤੀ ਨਾਲ ਲਾਇਆ ਗੁਰੂ ਅੰਗਦ ਸਾਹਿਬ ਜੀ ਨੇ। ਦਰਸ਼ਨ ਤੁਮ ਕਰਵਾਇਓ ਗੁਰ ਕਾ। ਤੇ ਬਚਨ ਕੀ ਕੀਤਾ ਭਾਈ ਬਾਲੇ, ਤੁਸੀਂ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ ਹਨ। ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਾ ਦਿੱਤੇ ਹਨ ਤੁਸੀਂ ਸਾਨੂੰ। ਜਿਸ ਤੇ ਭ੍ਰਮ ਭਾਗਿਓ ਹੈ ਉਰ ਕਾ। ਜਿਸ ਨਾਲ ਸਾਰੇ ਭਰਮ ਦੂਰ ਹੋ ਗਏ ਹਨ। ਸੰਸਕ੍ਰਿਤ ਅਕਸ਼ਰ ਜਬ ਚੀਨੇ। ਜਦ ਦੇਵਨਾਗਰੀ ਭਾਸ਼ਾ ਵੇਖੀ, ਸੰਸਕ੍ਰਿਤੀ ਦੇ ਵਿੱਚ ਸੰਸਕ੍ਰਿਤ ਲਿਖੀ ਵੇਖੀ। ਸੰਸਕ੍ਰਿਤ ਦੇ ਅਰਥ ਨੇ, ਸਹਿਸ ਦੇ ਅਰਥ ਨੇ ਹਜ਼ਾਰ, ਕ੍ਰਿਤ ਦੇ ਅਰਥ ਨੇ ਕ੍ਰਿਤ ਨਿਕਲੀ ਹੋਈ ਬਾਣੀ, ਨਿਕਲੇ ਹੋਏ ਬੋਲ। ਕਹਿੰਦੇ ਸੰਸਕ੍ਰਿਤੀ ਜਿਹੜੀ ਹੈ ਨਾ, ਸ਼ੇਸ਼ਨਾਗ ਦੀ 1000 ਜੀਭਾਂ ਦੇ ਵਿੱਚੋਂ ਨਿਕਲੀ ਹੋਈ ਹੈ। ਸੰਸਕ੍ਰਿਤ ਬਾਅਦ ਵਿੱਚ ਆਈ ਹੈ। ਜਿਹੜੀ ਸੰਸਕ੍ਰਿਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਨਾ, ਸੰਸਕ੍ਰਿਤੀ ਸੰਸਕ੍ਰਿਤ ਤੋਂ ਵੀ ਪਹਿਲਾਂ ਦੀ ਹੈ। ਸੰਸਕ੍ਰਿਤ ਤੋਂ ਵੀ ਪਹਿਲਾਂ ਦੀ ਦੇਵਨਾਗਰੀ ਭਾਸ਼ਾ ਲਿਖੀ ਹੋਈ ਸੀ। ਸੰਸਕ੍ਰਿਤੀ ਅੱਖਰਾਂ ਵਿੱਚ ਲਿਖੀ ਵੇਖੀ। ਅਬ ਅੰਗਦ ਜੀ ਬਚਨ ਸੋ ਕੀਨੇ। ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤੇ। ਫਿਰ ਜੇ ਦੇਵਨਾਗਰੀ ਅੱਖਰਾਂ ਵਿੱਚ ਲਿਖੀ ਵੇਖੀ। ਇਨ ਅਸ਼ਰਨ ਕੋ ਜੋ ਜਾਣੈ। ਇਹਨਾਂ ਦੋਨਾਂ ਅੱਖਰਾਂ ਨੂੰ ਜਿਹੜਾ ਜਾਣਦਾ ਹੋਵੇ, ਸੋ ਜਾ ਕੋ ਪੜ ਅਰਥ ਬਖਾਨੈ। ਉਹ ਇਹਨਾਂ ਨੂੰ ਪੜ੍ਹ ਕੇ ਇਹਨਾਂ ਦੇ ਅਰਥ ਬਿਆਨ ਕਰ ਸਕਦਾ ਹੈ। ਗੁਰਮੁਖੀ ਚਹੀਏ ਕਰਵਾਏ। ਦੋਵੇਂ ਅੱਖਰ ਜਾਣਦਾ ਹੋਵੇ, ਸੰਸਕ੍ਰਿਤ ਵੀ ਜਾਣਦਾ ਹੋਵੇ ਤੇ ਗੁਰਮੁਖੀ ਵੀ ਜਾਣਦਾ ਹੋਵੇ, ਉਹ ਗੁਰਮੁਖੀ ਅੱਖਰਾਂ ਦੇ ਵਿੱਚ ਕਰਵਾਉਣੀ ਚਾਹੀਦੀ ਹੈ। ਹਾਂਜੀ, ਬੜੇ ਸੁਨੇ ਸਿਖ ਗੁਰਮਤਿ ਪਾਈ। ਤਾਂ ਕਿ ਸਿੱਖ ਇਸ ਨੂੰ ਪੜ੍ਹ ਸੁਣ ਕੇ ਗੁਰਮਤਿ ਪ੍ਰਾਪਤ ਕਰਨ। ਸੋਰਠਾ ਸਤਿਗੁਰ ਕਿਰਪਾ ਨਿਧਾਨ ਸ੍ਰੀ ਨਾਨਕ ਜਗ ਬਿਤਤ ਜਬ। ਸਤਿਗੁਰੂ ਕਿਰਪਾ ਨਿਧਾਨ ਗੁਰੂ ਨਾਨਕ ਦੇਵ ਜੀ ਜਦ ਜੱਗ ਵਿੱਚ ਪ੍ਰਸਿੱਧ ਸਨ, ਤਦ ਉਹਨਾਂ ਸੰਗਤ ਨੂੰ ਆਪਣੀ ਬੋਲੀ ਵਿੱਚ ਵਿਦਿਆ ਪ੍ਰਾਪਤ ਕਰਨ ਨੂੰ ਮਹਾਨ ਗਿਣਿਆ ਹੈ। ਜਿਵੇਂ ਸਾਡੀ ਬੋਲੀ ਹੈ ਗੁਰਮੁਖੀ, ਪੰਜਾਬੀ ਬੋਲੀ ਹੈ, ਆਪਣੀ ਬੋਲੀ ਦੇ ਵਿੱਚ ਵਿਦਿਆ ਪ੍ਰਾਪਤ ਕਰਨ ਨੂੰ ਮਹਾਨ ਗਿਣਿਆ ਹੈ। ਸੰਗਤ ਕੀਰ ਮਹਾਨ ਜਾਨੀ ਵਿਦਿਆ ਵਰਨ ਤਬ। ਇਸ ਲਈ ਉਹਨਾਂ ਆਪਣੀ ਬਾਣੀ ਗੁਰਮੁਖੀ ਵਿੱਚ ਲਿਖੀ ਤਾਂ ਕਿ ਆਮ ਵਿਅਕਤੀ ਵੀ ਪੜ੍ਹ ਸੁਣ ਸਕਣ। ਮੂਰਖ ਤੋਂ ਮੂਰਖ ਬੰਦੇ ਨੂੰ ਵੀ ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਬਾਣੀ ਦੀ ਸਮਝ ਪੈ ਜਾਂਦੀ ਹੈ। ਦੋਹਰਾ ਮਹਿਮਾ ਖਹਿਰਾ ਜੱਟ ਇੱਕ ਕਹਿ ਸ੍ਰੀ ਅੰਗਦ ਪਾਸ। ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਨਾ ਕਿ ਭਾਈ ਉਹ ਚਾਹੀਦਾ ਸਿੱਖ ਜਿਹੜਾ ਜਨਮ ਪੱਤਰੀ ਪੜ੍ਹੇ, ਦੇਵਨਾਗਰੀ ਵਿੱਚ ਪੜ੍ਹ ਕੇ ਗੁਰਮੁਖੀ ਵਿੱਚ ਉਹਦੇ ਅਰਥ ਕਰਕੇ ਸੁਣਾਵੇ। ਤੇ ਲਾਗੇ ਖੜਾ ਸੀ ਖਹਿਰਾ ਨਾਮੀ ਇੱਕ ਜੱਟ, ਖਡੂਰ ਸਾਹਿਬ ਦੇ ਰਹਿਣ ਵਾਲਾ, ਗੁਰੂ ਸਾਹਿਬ ਜੀ ਦੇ ਕੋਲ ਹੀ ਰਹਿੰਦਾ ਸੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਹਾਂਜੀ, ਐੜਾ ਮੋਖਾ ਖੱਤਰੀ ਸੁਲਤਾਨਪੁਰ ਬਾਸ। ਉਸਨੇ ਕਿਹਾ ਸੱਚੇ ਪਾਤਸ਼ਾਹ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਕ ਪੈੜਾ ਮੋਖਾ ਨਾਮ ਦਾ ਖੱਤਰੀ ਰਹਿੰਦਾ ਹੈ। ਜੋ ਪਈ ਅਸ਼ਰ ਜਾਣਤ ਹੈ ਵਹ ਦੋ। ਉਹ ਦੋਨੋਂ ਅੱਖਰ ਜਾਣਦਾ ਹੈ। ਉਹ ਸ਼ਾਸਤਰੀ ਤੇ ਗੁਰਮੁਖੀ ਦੋਵੇਂ ਅੱਖਰ ਜਾਣਦਾ ਹੈ। ਦੇਵਨਾਗਰੀ ਵੀ ਪੜ੍ਹ ਲੈਂਦਾ ਤੇ ਗੁਰਮੁਖੀ ਵੀ ਪੜ੍ਹ ਲੈਂਦਾ ਹੈ। ਉਹ ਪੜ੍ਹ ਲਿਖ ਲਵੇਗਾ। ਪੜ੍ਹ ਲਿਖ ਹੈ ਬੁਲਵਾਈਏ ਸੋ। ਉਹਨੂੰ ਬੁਲਵਾਉਣਾ ਕਰੋ ਸੱਚੇ ਪਾਤਸ਼ਾਹ, ਉਹ ਪੜ੍ਹ ਲਿਖ ਲਵੇਗਾ। ਸ੍ਰੀ ਅੰਗਦ ਕਹਿ ਤੁਮ ਹੀ ਜਾਵੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਖਹਿਰੇ ਤੂੰ ਹੀ ਜਾ ਹੁਣ। ਭਾਈ ਮਹਿਮੇ ਨੂੰ ਭਾਈ
ਖੈਰੇ ਮਹਿਮੇ ਖੈਰੇ ਨੂੰ ਆਖਿਆ ਤੂੰ ਹੀ ਜਾ ਲੈ ਕੇ ਆ। ਕਰ ਸਤਕਾਰ ਤੁਰਤ ਲੈ ਆਵੋ। ਤੁਸੀਂ ਤੁਰੰਤ ਜਾਵੋ ਤੇ ਸਤਕਾਰ ਨਾਲ ਪੈੜੇ ਮੋਖੇ ਨੂੰ ਇੱਥੇ ਲੈ ਆਓ ਖੱਤਰੀ ਨੂੰ। ਮਹਿਮਾ ਪਹੁੰਚਿਓ ਤਾਹੇ ਅਵਾਸਾ। ਮਹਿਮਾ ਜੀ ਸੁਲਤਾਨਪੁਰ ਪਹੁੰਚ ਗਏ, ਉਸ ਦੇ ਘਰ ਗਏ। ਆਨਿਓ ਜਸਬਦ ਸਤਿਗੁਰ ਪਾਸਾ। ਛੇਤੀ ਹੀ ਉਸ ਨੂੰ ਸਤਿਗੁਰੂ ਜੀ ਪਾਸ ਲੈ ਆਏ। ਪਰਿਓ ਚਰਨ ਗੁਰੂ ਆਗਿਆ ਦੇਨੀ। ਆ ਕੇ ਉਹ ਵੀ ਗੁਰੂ ਜੀ ਦੇ ਚਰਨਾਂ ਕਮਲਾਂ ਤੇ ਟਹਿ ਪਿਆ। ਪੜੋ ਪਦਰ ਕਾ ਸੁਖ ਪ੍ਰਦ ਚੀਨੀ। ਉਸ ਪੈੜੇ ਮੋਖੇ ਨੂੰ ਸਤਿਗੁਰਾਂ ਨੇ ਆਖਿਆ ਸੁਖ ਦੇਣ ਵਾਲੀ ਜਨਮ ਪੱਤਰੀ ਪੜਨ ਦਾ ਉਪਰਾਲਾ ਕਰੋ। ਆਦੇਸ਼ ਦਿੱਤਾ, ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਇਹ ਜਨਮ ਪੱਤਰੀ ਪੜੋ। ਗੁਰੂ ਨਾਨਕ ਸਾਹਿਬ ਜੀ ਦੀ ਦੇਵਨਾਗਰੀ ਵਿੱਚ ਲਿਖੀ ਹੋਈ ਹੈ। ਚੌ ਪਈ ਕਰ ਮਹਿਲੇ ਪੱਤਰ ਕਾ ਬਾਚੇ। ਜਦੋਂ ਹੱਥਾਂ ਦੇ ਵਿੱਚ ਲੈ ਕੇ ਪੈੜੇ ਮੋਖੇ ਨੇ ਜਨਮ ਪੱਤਰੀ ਪੜ੍ਹੀ, ਹਾਂਜੀ, ਜਨਬਾਨੀ ਰਸਨਾ ਪਰ ਨਾਚੇ। ਉਸ ਨੇ ਇਸ ਤਰ੍ਹਾਂ ਪੜ੍ਹੀ ਜਿਵੇਂ ਉਹਦੀ ਜੀਭ ਤੇ ਸਰਸਵਤੀ ਨੇ ਨਾਚ ਕੀਤਾ ਹੋਵੇ। ਭਾਵ ਇਸ ਤਰ੍ਹਾਂ ਉਹਨੇ ਪਾਣੀ ਵਾਂਗੂ ਉਹ ਦੇਵਨਾਗਰੀ ਭਾਸ਼ਾ ਜਿਹੜੀ ਪੜ੍ਹ ਦਿੱਤੀ। ਸੁਣ ਕਰ ਖੁਸ਼ੀ ਕਰੇ ਤੇ ਸਿੱਖ ਪਰ। ਉਸ ਸਿੱਖ ਤੇ ਵੀ ਗੁਰੂ ਅੰਗਦ ਸਾਹਿਬ ਜੀ ਨੇ ਬੜੇ ਪ੍ਰਸੰਨ ਹੋ ਕੇ ਖੁਸ਼ੀ ਕੀਤੀ ਤੇ ਕਿਹਾ ਗੁਰਮੁਖੀ ਲਿਖੀਏ ਇਹ ਅੱਖਰ। ਇਹ ਕਹਿਣ ਲੱਗੇ ਜਨਮ ਪੱਤਰੀ ਹੁਣ ਗੁਰਮੁਖੀ ਅੱਖਰਾਂ ਵਿੱਚ ਲਿਖੀ ਜਾਵੇ, ਇਹ ਲਿਖ ਦੇਵੋ। ਹਾਂਜੀ, ਕਹਿ ਕਰ ਕਾਗਰ ਲਈ ਮੰਗਾਏ। ਇਹ ਕਹਿ ਕੇ ਕਾਗਰ ਕਾਗਜ਼ ਤੇ ਕਲਮ ਮੰਗਵਾਏ ਗੁਰੂ ਅੰਗਦ ਸਾਹਿਬ ਜੀ ਨੇ। ਸ੍ਰੀ ਅੰਗਦ ਸਭ ਹੀ ਲਿਖਵਾਏ। ਗੁਰੂ ਅੰਗਦ ਸਾਹਿਬ ਜੀ ਨੇ ਸਾਰੀ ਲਿਖਵਾ ਦਿੱਤੀ ਗੁਰਮੁਖੀ ਦੇ ਵਿੱਚ। ਆਸਨ ਡਾਰ ਅਸੀਨੇ ਦਿਆਲਾ। ਆਸਨ ਡਾ ਕੇ ਦਿਆਲੂ ਗੁਰੂ ਜੀ ਆਪਣੇ ਆਸਨ ਤੇ ਬੈਠੇ ਸਨ। ਸੁਨੇ ਤੇ ਸਿੱਖ ਵਸਾਲਾ। ਵੱਡੀ ਗਿਣਤੀ ਵਿੱਚ ਆ ਕੇ ਸਿੱਖ ਵੀ ਆ ਕੇ ਸੁਣ ਰਹੇ ਸਨ। ਵੱਡੀ ਗਿਣਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵੱਡੀ ਗਿਣਤੀ ਦੇ ਵਿੱਚ ਸਿੱਖ ਵੀ ਆ ਕੇ ਸੁਣਦੇ ਨੇ। ਉਹਨਾਂ ਸਿੱਖਾਂ ਦੇ ਵਿੱਚ ਜਿਹੜੇ ਮੁਖੀ ਸਿੱਖ ਸਨ ਉਹਨਾਂ ਦਾ ਵੀ ਨਾਮ ਕਵੀ ਰਾਜ, ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣ, ਕਵੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅੰਦਰ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਜ਼ਿਕਰ ਕਰਦੇ ਨੇ ਕਿਹੜੇ ਕਿਹੜੇ ਸਨ ਮੁਖੀ ਸਿੱਖਾਂ ਦੇ ਵਿੱਚੋਂ। ਬਹੁਤ ਸਾਰੀ ਸੰਗਤ ਸੀ ਪਰ ਮੁਖੀ ਸਿੱਖਾਂ ਦੇ ਨਾਮ ਬਿਆਨ ਕੀਤੇ ਹਨ। ਇੱਕ ਬੁੱਢਾ ਜੋ ਹੈ ਤਤਵੇਤੀ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੜੇ ਤਤਵੇਤੇ ਹਨ ਜੋ ਮੋਹ ਆਦ ਜੋਦਾ ਆਦ ਜੇਤਾ। ਉਹਨਾਂ ਇੱਕ ਵੱਡੇ ਯੋਧੇ ਵਾਂਗ ਮੋਹ ਆਦ ਨੂੰ ਜਿੱਤ ਲਿਆ ਹੈ। ਰੁਪਏ ਗੁਰ ਜੋ ਸਿਸ ਬੈਸਾ। ਭਾਈ ਬੁੱਢਾ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬਾਲ ਉਮਰ ਤੋਂ ਗੁਰੂ ਜੀ ਦੇ ਬਚਨ ਸੁਣੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਭਇਓ ਪਰਮ ਬਿਰਦਨ ਤਨ ਜੈਸਾ। ਉਹਨਾਂ ਦੇ ਸਰੀਰ ਬੁੱਢਿਆਂ ਦੇ ਸਮਾਨ ਹੋ ਗਏ, ਭਾਵ ਉਹਨਾਂ ਦੇ ਵਿਚਾਰ ਬੁੱਢਿਆਂ ਦੇ ਸਮਾਨ ਹੋ ਗਏ। ਪਾਤਸ਼ਾਹੀ ਰਹਿਓ ਹਦੂਰਾ। ਬਾਬਾ ਬੁੱਢਾ ਸਾਹਿਬ ਜੀ 6 ਪਾਤਸ਼ਾਹੀਆਂ ਤੱਕ ਸਰੀਰ ਕਰਕੇ ਰਹਿ। ਫਿਰ ਬੇਨਤੀ ਕਰਾਂ, ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੱਕ ਦੀਦਾਰ ਕੀਤੇ 6 ਪਾਤਸ਼ਾਹੀਆਂ ਦੇ। ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ 125 ਸਾਲ ਦੀ ਸਰੀਰਕ ਆਯੂ ਸੀ ਬਾਬਾ ਬੁੱਢਾ ਸਾਹਿਬ ਜੀ ਦੀ। ਕੱਲ ਵੀ ਬੇਨਤੀ ਕੀਤੀ ਸੀ, ਗੁਰੂ ਪੁੱਤਰਾਂ ਦੇ ਵਿੱਚੋਂ ਸਭ ਤੋਂ ਆਯੂ ਜੇ ਕਿਸੇ ਦੀ ਹੈ ਉਹ ਬਾਬਾ ਸ਼੍ਰੀ ਚੰਦ ਜੀ ਦੀ ਹੈ 150 ਸਾਲ। ਸਿੱਖਾਂ ਦੇ ਵਿੱਚੋਂ ਸਭ ਤੋਂ ਸਰੀਰਕ ਆਯੂ ਕਿਸੇ ਦੀ ਹੈ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਹੈ। ਹਾਂਜੀ, ਨਿਪਨ ਸੇਵ ਮੈਂ ਬਚਨਨ ਪੂਰਾ। ਬਹੁਤ ਨਿਪੁੰਨ ਹੈ ਸੇਵਾ ਦੇ ਵਿੱਚ, ਬਚਨਾਂ ਦੇ ਪੂਰੇ ਹਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਸਰੋਤਾ ਬਿਆਸਿਓ ਮਤ ਧੀਰਾ। ਧੀਰਜਵਾਨ ਬਾਬਾ ਬੁੱਢਾ ਸਾਹਿਬ ਜੀ ਵੀ ਉੱਥੇ ਕਥਾ ਸਰਵਣ ਕਰਨ ਵਾਸਤੇ ਬੈਠ ਗਏ। ਸੁਣਨ ਕਥਾ ਜੋ ਹਰ ਹੈ ਭਵ ਪੀਰਾ। ਜਿਸ ਦੇ ਸੁਣਨ ਨਾਲ ਸਭ ਸੰਸਾਰਕ ਪੀੜਾਂ ਖਤਮ ਹੋ ਜਾਂਦੀਆਂ ਹਨ। ਜਿਸ ਕਥਾ ਨੂੰ ਸੁਣ ਕਰਕੇ ਸੰਸਾਰਕ ਪੀੜਾਂ, ਆਤਮਿਕ ਪੀੜਾਂ ਸਾਰੀਆਂ ਖਤਮ ਹੋ ਜਾਂਦੀਆਂ ਹਨ। ਅਮਰਦਾਸ ਤੇ ਜੋ ਕੇ ਨੰਦਨ। ਗੁਰੂ ਅਮਰਦਾਸ ਪਾਤਸ਼ਾਹ ਵੀ ਜਿਹੜੇ ਅਜੇ ਸੇਵਕ ਦੇ ਰੂਪ ਵਿੱਚ ਹਨ, ਤੇਜਭਾਨ ਜੀ ਦੇ ਪੁੱਤਰ ਹਨ। ਸੇਵੇ ਜਿਨ ਅੰਗਦ ਦੁਖ ਕੰਦਨ। ਜਿਨ੍ਹਾਂ ਨੇ ਦੁੱਖ ਹਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਦੀ ਉਹਨਾਂ ਬਹੁਤ ਸੇਵਾ ਕੀਤੀ। ਹਾਂਜੀ, ਗੁਰਤਾ ਪਾਏ ਜਿਨ ਪਛਾਤੀ। ਉਹਨਾਂ ਨੇ ਪਛਾਤੀ ਤੋਂ ਭਾਵ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਕੋਲੋਂ ਗੁਰਤਾ ਗੱਦੀ ਪ੍ਰਾਪਤ ਕੀਤੀ। ਸੁਨਤ ਭਾਈ ਸੋ ਕਥਾ ਸੁਹਾਤੀ। ਉਹ ਵੀ ਸ਼ੋਭਨੀਕ ਕਥਾ ਸਰਵਣ ਕਰ ਰਹੇ ਹਨ। ਸ਼ੋਭਨੀਕ, ਸੁਹਾਤੀ ਦੇ ਅਰਥ ਨੇ ਸ਼ੋਭਨੀਕ। ਗੁਰਤਾ ਪਾਈ ਜਿਨ ਪਛਾਤੀ, ਜਿਨ੍ਹਾਂ ਬਾਅਦ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ
ਉਹ ਵੀ ਕਥਾ ਸਰਵਣ ਕਰਨ ਵਾਸਤੇ ਬੈਠੇ ਹਨ। ਹੁਣ ਗੁਰਮੁਖ ਇੱਕ ਜੀਵਾ ਭਾਈ, ਇੱਕ ਭਾਈ ਜੀਵੇ ਨਾਮ ਦਾ ਗੁਰਮੁਖ ਹੈ, ਮਨ ਬਚ ਕਰਾਮ ਜਿਨ ਸੇਵ ਕਮਾਈ। ਜਿਸ ਨੇ ਗੁਰੂ ਅੰਗਦ ਸਾਹਿਬ ਜੀ ਮਨ ਬਚ ਕਰਮਾਂ ਕਰਕੇ ਸੇਵਾ ਦੀ ਕਮਾਈ ਕੀਤੀ ਹੈ। ਸ੍ਰੀ ਅੰਗਦ ਹਿਤ ਭੋਜਨ ਤਿਆਰੀ, ਭਾਈ ਜੀਵਾ ਜੀ ਕੀ ਕਰਦੇ ਨੇ? ਗੁਰੂ ਅੰਗਦ ਸਾਹਿਬ ਜੀ ਵਾਸਤੇ ਭੋਜਨ ਤਿਆਰ ਕਰਦੇ ਨੇ, ਪ੍ਰਸ਼ਾਦਾ ਤਿਆਰ ਕਰਦੇ ਹਨ। ਕਰਤ ਪ੍ਰੀਤ ਸੁਰਚਰ ਸਵਾਰੀ, ਰੁਚਰ ਸਵਾਰੀ ਤੋਂ ਭਾਵ ਬੜੇ ਸੁੰਦਰ ਸਵਾਦਲੇ ਪਦਾਰਥ ਤਿਆਰ ਕਰਦੇ ਸਨ ਭਾਈ ਜੀਵਾ ਜੀ। ਉਹ ਵੀ ਕਥਾ ਸਰਵਣ ਕਰਨ ਵਾਸਤੇ ਬੈਠੇ ਹਨ। ਪਾਰੋ ਜੁਲਕਾ ਪੁਨ ਸਖੇਕੋ, ਇੱਕ ਪਾਰੋ ਜੁਲਕਾ ਨਾਮੀ ਸਿੱਖ ਹੈ, ਹਾਂਜੀ, ਪਰਮਹੰਸ ਕੋ ਜਾਸ ਬਬੇਕੋ, ਜਿਸ ਨੂੰ ਪਰਮਹੰਸ ਕਰਕੇ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਭਾਈ ਪਾਰੋ ਜੁਲਕੇ ਨੂੰ ਪਰਮਹੰਸ ਕਰਕੇ ਖਿਤਾਬ ਦਿੱਤਾ। ਤਜਨ ਅਸਾਰੰਗ ਸਾਰ ਗ੍ਰਹਿਤੀ, ਉਹ ਫੋਗ ਨੂੰ ਛੱਡਣ ਵਾਲਾ ਹੈ। ਤਜਨ ਅਸਾਰੰਗ, ਅਸਾਰੰਗ ਦੇ ਅਰਥ ਨੇ ਫੋਗ ਜਿਹੜਾ ਕਿਸੇ ਕੰਮ ਨਹੀਂ ਆਉਣ ਵਾਲਾ। ਸਾਰ ਗ੍ਰਹੀਤੀ, ਸਾਰ ਦੇ ਅਰਥ ਨੇ ਤਤ, ਜਿਸ ਨੂੰ ਗ੍ਰਹਿਣ ਕਰਨ ਵਾਲਾ ਹੈ। ਪੈ ਅਬ ਕੀ ਜੋ ਹੰਸਨ ਰੇਤੇ, ਦੁੱਧ ਪਾਣੀ ਜਿਵੇਂ ਹੰਸਨ ਦੀ ਰੀਤੀ ਹੈ, ਕਿਉਂਕਿ ਦੁੱਧ ਦੇ ਵਿੱਚ ਜਦੋਂ ਹੰਸ ਚੁੰਝ ਮਾਰਦਾ ਹੈ ਨਾ, ਉਹ ਆਸਾਰ ਨੂੰ ਬੰਨੇ ਕਰ ਦਿੰਦਾ ਹੈ, ਸਾਰ ਨੂੰ ਤਤ ਨੂੰ ਲੈ ਲੈਂਦਾ ਹੈ। ਕਿਉਂਕਿ ਦੁੱਧ ਫਟ ਜਾਂਦਾ, ਉਹਦੀ ਚੁੰਝ ਦੇ ਵਿੱਚ ਖਟਿਆਈ ਹੈ ਤੇ ਉਹ ਦੁੱਧ ਫਟ ਜਾਂਦਾ ਹੈ, ਉਹ ਪਾਣੀ ਸਾਈਡ ਤੇ ਰਹਿਣ ਦਿੰਦਾ ਹੈ ਤੇ ਜਿਹੜਾ ਤਤ ਹੈ ਉਹਨੂੰ ਗ੍ਰਹਿਣ ਕਰ ਲੈਂਦਾ ਹੈ। ਪਰਮਹੰਸ ਤਾਂ ਨਾਮ ਗੁਰੂ ਸਾਹਿਬ ਜੀ ਨੇ ਉਹਨੂੰ ਬਖਸ਼ਿਆ, ਖਿਤਾਬ ਬਖਸ਼ਿਆ ਪਰਮਹੰਸ, ਕਿਉਂਕਿ ਉਹ ਅਸਾਰੰਗ ਫੋਗ ਛੱਡ ਕੇ ਤਤ ਗ੍ਰਹਿਣ ਕਰਦੇ ਹਨ। ਭਾਈ ਪਾਰੋ ਜੁਲਕਾ ਜੀ ਉਹ ਵੀ ਬੈਠੇ ਕਥਾ ਸਰਵਣ ਕਰ ਰਹੇ ਹਨ। ਜੋ ਪਈ ਸੈਨ ਸਰਸਿਕ ਧਿੰਗਾ ਨਾਈ, ਭਗਤ ਸੈਣ ਵਰਗਾ ਇੱਕ ਧਿੰਗਾ ਨਾਈ ਜਾਤ ਦਾ ਗੁਰਸਿੱਖ ਪਿਆਰਾ ਹੈ, ਸਿੱਖੀ ਕੀ ਰੀਤ ਕਮਾਈ, ਜਿਹਨੇ ਸਿੱਖੀ ਦੀ ਰੀਤ ਗੁਰੂ ਦੇ ਅਨੁਸਾਰ ਕਮਾਈ, ਸਿੱਖੀ ਦੀ ਰੀਤ ਅਨੁਸਾਰ ਉਹਨੇ ਕਮਾਈ ਕੀਤੀ, ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਿਆ। ਭਾ ਮਰੀਦ ਮੁਰਦੇ ਕੀ ਨਿਆਈ, ਚੰਗਾ ਮੁਰੀਦ ਇੱਕ ਮੁਰਦੇ ਵਾਂਗ ਹੁੰਦਾ ਹੈ, ਗੁਰੂ ਗੋਰਮੇ ਕੀਨ ਸਮਾਈ, ਜਿਹੜਾ ਗੁਰੂ ਰੂਪ ਕਬਰ ਵਿੱਚ ਸਮਾ ਜਾਂਦਾ ਹੈ, ਭਾਵ ਆਪਣਾ ਆਪ ਭੁਲਾ ਜਾਂਦਾ ਹੈ, ਭੁੱਲ ਜਾਂਦਾ ਹੈ, ਭਾਵ ਆਪਣਾ ਆਪਾ ਭੁੱਲ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮੁਰਦਾ ਹੋਏ ਮਰੀਦ ਸੋ ਗੁਰ ਗੋਰ ਸਮਾਵੈ। ਜਿਹੜਾ ਮੁਰੀਦ ਹੈ ਮੁਰਦੇ ਦੇ ਸਮ ਵਰਗਾ ਹੋਵੇ, ਮੁਰਦੇ ਦੇ ਬਰਾਬਰ ਹੋਵੇ, ਮੁਰਦਾ ਹਿਲਦਾ ਨਹੀਂ, ਪੈਰ ਨਹੀਂ, ਗੋਰ ਵਿੱਚ ਕਬਰ ਵਿੱਚ ਉਹ ਸਮਾ ਸਕਦਾ ਜਿਹੜਾ ਜਿਉਂਦਾ ਮਨੁੱਖ ਨਹੀਂ ਸਮਾ ਸਕਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਇੱਕ ਕਬਰ ਹੈ ਤੇ ਸੇਵਕ ਨੇ ਮੁਰੀਦ ਹੋ ਕੇ ਮੁਰਦਾ ਹੋ ਕੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਬਾਤਾਂ ਦੇ ਨਾਲ ਮੁਰੀਦ ਨਹੀਂ ਬਣਿਆ ਜਾਂਦਾ, ਮੁਰਦੇ ਹੋਣਾ ਪੈਂਦਾ ਹੈ। ਸੰਸਾਰ ਵੱਲੋਂ, ਮੋਹ ਮਾਇਆ ਵੱਲੋਂ ਆਪਣੇ ਮਨ ਨੂੰ ਮਾਰਨਾ ਪੈਂਦਾ ਹੈ, ਆਪਣੇ ਆਪ ਨੂੰ ਖਤਮ ਕਰਨਾ ਪੈਂਦਾ ਹੈ। ਤਾਂ ਭਾਈ ਇਹ ਢਿੰਗਾ ਨਾਈ ਜਿਹੜਾ, ਇਹਦੀ ਰੀਤ ਸਿੱਖੀ ਦੀ ਐਸੀ ਹੈ ਕਿ ਜਿਵੇਂ ਇਹ ਮੁਰਦੇ ਦੇ ਵਾਂਗ ਰਹਿੰਦਾ ਹੈ ਤੇ ਗੁਰੂ ਰੂਪ ਕਬਰ ਦੇ ਵਿੱਚ ਸਮਾਇਆ ਹੋਇਆ ਹੈ। ਹਾਂਜੀ, ਇਹ ਵੀ ਕਥਾ ਸਰਵਣ ਕਰਨ ਵਾਸਤੇ ਬੈਠਾ ਹੈ। ਇਤ ਆਦਿਕ ਜੋ ਸੇਵਕ ਪ੍ਰੇਮੀ, ਇਸ ਤਰ੍ਹਾਂ ਕਈ ਸੇਵਕ ਪ੍ਰੇਮੀ ਭਏ ਕਥਾ ਸੁਣਨੇ ਕੇ ਨੇਮੀ, ਹੋਰ ਵੀ ਬਹੁਤ ਸਾਰੇ ਕਥਾ ਦੇ ਨੇਮ ਨਾਲ ਸੁਣਦੇ ਹਨ ਗੁਰੂ ਜੀ ਦੀ। ਅਪਰ ਮਨ ਜ ਆਵੇ ਕਰ ਹੇਤੂ, ਹੋਰ ਮਨੁੱਖ ਵੀ ਪ੍ਰੇਮ ਕਰਕੇ ਆਉਂਦੇ ਹਨ। ਇਹ ਕਥਾ ਬੇਦੀ ਕੁਲ ਕੇਤੂ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੇਦੀ ਕੁਲ ਦੇ ਧਵਜ, ਧਵਜ ਤੋਂ ਭਾਵ ਝੰਡਾ, ਨਿਸ਼ਾਨ। ਬੇਦੀ ਕੁਲ ਦੇ ਧਵਜ ਧੰਨ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਦੇ ਹਨ। ਹੋਰ ਵੀ ਸਿੱਖ ਆ ਕੇ ਦੋਹਰਾ ਬਾਲਾ ਕਰਤ ਵਿਚਾਰ ਮੁਖ, ਪੈੜੇ ਲਿਖੀ ਸੁਧਾਰ। ਭਾਈ ਬਾਲਾ ਆਪਣੇ ਮੁਖ ਤੋਂ ਕਥਾ ਉਚਾਰਨ ਕਰਦਾ, ਜੋ ਜੋ ਬੀਤੀ ਹੈ, ਜੋ ਜੋ ਸਤਿਗੁਰਾਂ ਦੇ ਕੌਤਕ ਵੇਖੇ ਤੇ ਪੈੜਾ ਮੁਖਾ ਜੀ ਸੁਧਾਰ ਕੇ ਲਿਖੀ ਜਾਂਦਾ ਹੈ। ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਧਾਰ, ਲਿਖਵਾ ਗੁਰੂ ਅੰਗਦ ਸਾਹਿਬ ਜੀ ਰਹੇ ਨੇ, ਜਗਤ ਦੇ ਉਧਾਰ ਕਰਨ ਵਾਸਤੇ ਇਹ ਕਥਾ ਲਿਖਵਾ ਰਹੇ ਨੇ। ਲਿਖੀ ਪੈੜੇ ਮੁਖੇ ਨੇ, ਉਚਾਰੀ ਭਾਈ ਬਾਲਾ ਜੀ ਨੇ ਸਾਰੀ ਕਥਾ। ਲਿਖਵਾ ਕੌਣ ਰਹੇ ਨੇ? ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਸੁੱਖਾਂ ਦੇ ਦਾਤੇ, ਦੁੱਖਾਂ ਨੂੰ ਹਰਨ ਵਾਲੇ, ਗਰੀਬ ਨਿਵਾਜ ਸਤਿਗੁਰੂ। ਸੋ ਸੁਨ ਵਰਣਨ ਕਰਤ ਕਵ, ਛੰਦ ਚਪੋਈ ਬੰਦ। ਸੁੱਖਾਂ ਦੇ ਦਾਤਾ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਰੂਪ ਨੂੰ ਮੱਥਾ ਟੇਕ ਕੇ ਕਵੀ ਜੀ ਨੇ ਇਸ ਤਰ੍ਹਾਂ ਕਥਾ ਵਰਣਨ ਕੀਤੀ, ਜਿਹਦੇ ਵਿੱਚ
ਕਾਵ ਛੰਦ ਨੇ, ਚੌਪਈਆਂ ਨੇ, ਬੰਦ ਨੇ, ਸਵਈਏ ਨੇ। ਹਾਂਜੀ। ਸ੍ਰੀ ਨਾਨਕ ਪ੍ਰਮਾਤਮਾ ਬੰਧਨ ਕਰ ਸੁਖ ਕੰਦ। ਗੁਰੂ ਨਾਨਕ ਦੇ ਪ੍ਰਮਾਤਮਾ ਰੂਪ ਨੂੰ ਮੱਥਾ ਟੇਕ ਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਥਾ ਵਰਣਨ ਕੀਤੀ ਹੈ, ਚੌਪਈ ਛੰਦ ਤੇ ਬੰਦ ਵਿੱਚ ਕੀਤਾ ਹੈ ਸਾਰਾ। ਜੋ ਪ੍ਰਸੰਗ ਅੱਗੇ ਆਵੇਗਾ ਫਿਰ ਆਪਾਂ ਇਸੇ ਤਰ੍ਹਾਂ ਸਰਵਣ ਕਰਾਂਗੇ। ਸੋ ਹੁਣ ਤੱਕ ਜੋ ਕਥਾ ਹੋਈ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ, ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸਾਰੀ ਕਥਾ ਸੁਣਾਉਣਗੇ। ਫਿਰ ਨੇਮੀਆਂ ਪ੍ਰੇਮੀਆਂ ਨੂੰ ਬੇਨਤੀ ਕਰਦੀ ਹੈ, ਭਾਈ ਬੜੀ ਪਿਆਰ ਵਾਲੀ ਕਥਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਅਸੀਂ ਐਵੇਂ ਤਰਕਾਂ ਕੁਤਰਕਾਂ ਦੇ ਵਿੱਚ ਰੁੱਝ ਜਾਂਦੇ ਹਾਂ। ਗੁਰੂ ਜੀ ਦੀ ਸ਼ਰਧਾਹੀਣੇ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਤੋਂ ਅਸੀਂ ਪਾਸਾ ਵੱਟ ਲੈਂਦੇ ਹਾਂ। ਤਾਂ ਬੜੇ ਪਿਆਰ ਨਾਲ ਜਿਹੜਾ ਕਥਾ ਸਰਵਣ ਕਰਦਾ ਉਹਦੇ ਦੁੱਖ ਦਲਿੱਦਰ ਨਾਸ ਹੋ ਜਾਂਦੇ ਨੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਜਿੰਨੀ ਵੀ ਹੈ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਈ, ਪੈੜੇ ਮੁਖੇ ਨੇ ਲਿਖੀ, ਗੁਰੂ ਅੰਗਦ ਸਾਹਿਬ ਜੀ ਨੇ ਆਪ ਲਿਖਵਾਈ। ਅੱਗੇ ਪ੍ਰਸੰਗ ਆਪਾਂ ਅਗਲੇ ਸਮੇਂ ਅੰਦਰ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।